Good morning, students. Today we will continue a chapter in English, The 100 Dresses, Part 1, from your book First Flight, chapter number 5th. So, before I'll continue, I would like to give little intro so that you have the clarity about the story, that who is the writer of this story and this story is about what. So, this chapter is written by E.L. Wiesor, and before it he has written some intro or given some intro regarding of this chapter. So how do we judge the people around us? By their money, wealth and position, or is there something of money more enduring value to look for in a person? Before you read, here some points writer has mentioned and asking that generally how we are judging the people around us and how we usually pass the comments or remarks about the people. ਸੋ ਜਦੋਂ ਆਪਾਂ ਲੋਕਾਂ ਨੂੰ ਆਪਣੇ ਆਸ-ਪਾਸ ਦੇਖਦੇ ਹੈਗੇ ਤਾਂ ਬਿਨਾਂ ਉਹਨਾਂ ਦੇ ਬਾਰੇ में ਬਾਲਾ ਸੋਚੇ ਸਮਝੇ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਲੈ ਕਰਕੇ ਉਹਨਾਂ ਦੀ ਵੈਲਥ ਜਾਂ ਉਹਨਾਂ ਦੇ ਕੋਲ ਕਿੰਨੀ ਪ੍ਰਾਪਰਟੀ ਕਿੰਨਾ ਚੀਜ਼ਾਂ ਹੈਗੀਆਂ ਉਹ ਸਾਰੀ ਚੀਜ਼ਾਂ ਨੂੰ ਲੈ ਕਰਕੇ ਆਪਾਂ ਜੱਜ ਕਰਨਾ ਸ਼ੁਰੂ ਕਰ ਦਿੰਦੇ ਆ ਫਿਰ ਕਹਿੰਦੇ ਕਿ ਲੋਕਾਂ ਨੂੰ ਜੱਜ ਕਰਨ ਦੇ ਲਈ ਉਸ ਪਰਸਨ ਦੇ ਅੰਦਰ ਜਿਹੜੀ ਵੈਲਿਊ ਹੈ ਉਹਨੂੰ ਵੀ ਕੰਸੀਡਰ ਕਰਨਾ ਚਾਹੀਦਾ ਜਾਂ ਨਹੀਂ. This story is a sensitive account of how a poor young girl is judged by her classmates. Wanda Petronsky is a young Polish girl who goes to school with other American children in an American town. These other children see Wanda as different in many ways. So can you guess how they treat her? इस स्टोरी ਦੇ ਵਿੱਚ ਕਹਿੰਦੇ ਹੈਗੇ ਕਿ ਇੱਕ ਬਹੁਤ ਹੀ ਸੈਂਸਿਟਿਵ ਟੌਪਿਕ 'ਤੇ ਸਟੋਰੀ ਲਿਖੀ ਗਈ ਹੈ. ਇੱਕ ਪੂਅਰ ਯੰਗ ਗਰਲ ਦੇ ਬਾਰੇ ਦੇ ਵਿੱਚ ਪੂਰੀ ਕਹਾਣੀ ਹੈ ਕਿ ਕਿਸ ਤਰ੍ਹਾਂ ਉਸ ਪੂਅਰ ਯੰਗ ਗਰਲ ਨੂੰ ਦੇਖ ਕਰਕੇ ਕਲਾਸ ਦੇ ਬਾਕੀ ਸਾਰੇ ਬੱਚੇ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦੇ ਹੈਗੇ. ਵਾਂਡਾ ਪੈਟਰੋਂਸਕੀ ਜਿਹੜੀ ਹੈ ਬੇਸਿਕਲੀ ਇੱਕ ਪੋਲਿਸ਼ ਗਰਲ ਹੁੰਦੀ ਹੈਗੀ ਹੈ ਔਰ ਉਹ ਬਾਕੀ ਅਮਰੀਕਨ ਬੱਚੇ ਜਿਹੜੇ ਸਕੂਲ ਦੇ ਵਿੱਚ ਜਾਂਦੇ ਉਹਨਾਂ ਦੇ ਨਾਲ ਹੀ ਉਹ ਟਾਊਨ 'ਤੇ ਜਾਂਦੀ ਹੈ ਪੜ੍ਹਨ ਦੇ ਲਈ. ਬਟ ਉਸ ਸਕੂਲ ਦੇ ਬੱਚੇ ਜਿਹੜੇ ਹੈਗੇ ਆ ਆਪਣੇ ਕੰਪੈਰੀਜ਼ਨ ਉਹਨੂੰ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਕੰਸੀਡਰ ਕਰਦੇ ਹੈਗੇ ਦੇਖਦੇ ਹੈਗੇ ਅਤੇ ਉਸ ਬੱਚੀ ਦੇ ਨਾਲ ਕੁਝ ਹੋਰ ਹੀ ਤਰ੍ਹਾਂ ਦਾ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਹੈਗੇ. ਸੋ ਲਿਟਲ ਅ ਬਰੀਫ introduction they have given about of the Polish American community, so how they would be treated in the United States and how they were treated at the time. So that's why this story is written like that. So what was the basic intro about of the Polish American community? The first Polish immigrants arrived in America in 1608, but the largest wave of Polish immigrants occurred in the entire early 20th century when more than 1 million Poles immigrated to the United States. ਸੋ ਕਹਿੰਦੇ ਹੈਗੇ ਕਿ ਫਸਟ ਪੋਲਿਸ਼ ਇਮੀਗਰੈਂਟਸ ਜਿਹੜੇ ਸੀਗੇ ਅਮਰੀਕਾ ਦੇ ਵਿੱਚ 1608 ਦੇ ਟਾਈਮ ਦੇ ਵਿੱਚ ਆਏ ਸੀਗੇ. ਉਸ ਤੋਂ ਬਾਅਦ ਕੰਟੀਨਿਊਸਲੀ ਬਹੁਤ ਸਾਰੇ ਪੋਲੈਂਡ ਤੋਂ ਜਾਂ ਪੋਲਿਸ਼ ਪੀਪਲ ਜਿਹੜੇ ਹੈਗੇ ਉਹ ਅਮਰੀਕਾ ਤੋਂ ਇਮੀਗਰੈਂਟ ਹੋਏ 20th ਸੈਂਚੁਰੀ ਆਉਂਦੇ ਕਿਹਾ ਜਾਂਦਾ ਹੈਗਾ ਕਿ ਉਹ 1 ਮਿਲੀਅਨ ਤੋਂ ਵੱਧ ਪੀਪਲ ਜਿਹੜੇ ਹੈਗੇ ਯੂਨਾਈਟਿਡ ਸਟੇਟਸ ਆ ਗਏ. The Polish state did not exist at the time and the immigrants were identified according to their community, according to their country of origin rather than to ethnicity. So they were identified as Russian Poles, German Poles and Austrian Poles. ਪੋਲਿਸ਼ ਸਟੇਟ ਉਸ ਟਾਈਮ ਐਗਜ਼ਿਸਟ ਨਹੀਂ ਕਰਦਾ ਸੀਗਾ ਯਾਨੀ ਕਿ ਡਿਫਰੈਂਟ ਪੋਲਿਸ਼ ਸਟੇਟ ਨਹੀਂ ਬਣਿਆ ਸੀਗਾ ਤਾਂ ਜਿਹੜੇ ਬੰਦੇ ਉਸ ਟਾਈਮ ਇਮੀਗ੍ਰੇਟਸ ਹੋ ਕੇ ਆਉਂਦੇ ਸੀਗੇ ਉਹਨਾਂ ਨੂੰ ਉਹਨਾਂ ਦੀ ਕੰਟਰੀ ਦੇ ਨਾਮ 'ਤੇ ਜਿਸ ਜਗ੍ਹਾ 'ਤੇ ਉਹਨਾਂ ਦਾ ਬਰਥ ਹੋਇਆ ਸੀਗਾ ਉਸ ਓਰੀਜਨ ਪਲੇਸ ਦੇ ਨਾਮ 'ਤੇ ਆਈਡੈਂਟੀਫਾਈਡ ਕੀਤਾ ਜਾਂਦਾ ਸੀਗਾ. ਲਾਈਕ ਇਫ ਪੀਪਲ ਜਿਹੜੇ ਹੈਗੇ ਰਸ਼ੀਆ ਤੋਂ ਆਏ ਹੋਏ ਆ ਦੈਨ ਉਹਨਾਂ ਨੂੰ ਰਸ਼ੀਅਨ ਪੋਲਸ ਕਿਹਾ ਜਾਂਦਾ ਸੀਗਾ. ਜੇ ਜਰਮਨ ਤੋਂ ਆਏ ਆ ਦੈਨ ਜਰਮਨ ਪੋਲਸ ਕਿਹਾ ਜਾਂਦਾ ਸੀਗਾ ਔਰ ਜੇ ਅਮਰੀਕਨ ਦੇ ਹੈਗੇ ਆ ਬਰਥ ਪਲੇਸ ਉਹਨਾਂ ਦਾ ਓਰੀਜਨ ਉੱਥੇ ਦਾ ਹੈਗਾ ਦੈਨ ਉਹਨਾਂ ਨੂੰ ਅਮਰੀਕਨ ਪੋਲਸ ਕਿਹਾ ਜਾਂਦਾ ਸੀਗਾ. ਸੋ ਵਨ ਆਫ ਦਾ ਮੋਸਟ ਨੋਟੇਬਲ ਪੋਲਿਸ਼ ਅਮਰੀਕਨ ਕਮਿਊਨਿਟੀਜ਼ ਇਨ ਦਾ Chicago and its suburbs. So Chicago is sometimes called the second largest Polish city in the world, next only to Warsaw, the capital of Poland. अब सब तो ਵੱਧ ਜਿਹੜੀ ਪੋਪੂਲਰ ਜਗ੍ਹਾ ਸੀਗੀ ਪੋਲਿਸ਼ ਅਮਰੀਕਨ ਕਮਿਊਨਿਟੀ ਦੀ ਉਹ ਚਿਕਾਗੋ ਸੀਗੀ. ਇਹ ਸਬਬ ਏਰੀਆ ਮੰਨਿਆ ਜਾਂਦਾ ਸੀਗਾ ਕਿਉਂਕਿ ਇੱਥੇ ਪੋਲਿਸ਼
ਪੀਪਲ ਸਭ ਤੋਂ ਵੱਧ ਰਹਿੰਦੇ ਸੀਗੇ ਔਰ ਇਸ ਕਰਕੇ ਇਸ ਜਗ੍ਹਾ ਤੋਂ ਇਸ ਜਗ੍ਹਾ ਨੂੰ ਪੋਲਿਸ ਸਿਟੀ ਵੀ ਕਿਹਾ ਜਾਂਦਾ ਸੀਗਾ। ਵਾਰਸੋ ਤੋਂ ਬਾਅਦ ਇਹਦਾ ਹੀ ਜਗ੍ਹਾ ਆਉਂਦਾ ਸੀਗਾ। ਵਾਰਸੋ ਜਿਹੜਾ ਹੈਗਾ ਪੋਲੈਂਡ ਦਾ ਕੈਪੀਟਲ ਮੰਨਿਆ ਜਾਂਦਾ ਸੀਗਾ। ਤਾਂ ਜਿੰਨੀ ਆਬਾਦੀ ਯਾਨੀ ਕਿ ਪੋਲਿਸ਼ ਪੋਪੂਲੇਸ਼ਨ ਵਾਰਸੋ 'ਤੇ ਸੀਗੇ। ਉਸ ਤੋਂ ਬਾਅਦ ਸੈਕਿੰਡ ਜਿਹੜੀ ਹੈ ਉਹ ਕਿੱਥੇ ਆਉਂਦੀ ਸੀਗੀ? ਚਿਕਾਗੋ 'ਤੇ। फिर पॉलिश अमेरिकन वर समटाइम्स डिस्क्रिमिनेटेड अगेंस्ट इन द यूनाइटेड स्टेट्स एज वर द आयरिश इटालीयन एंड जेविस। अब आ जोड़े पॉलिश पीपल सीगे अमेरिका दे विच इन्हां दे नाल बहुत ज़्यादा डिस्क्रिमिनेशन किया जाता सीगा, जिवें बाकी आयरिश इटालीयन और जेविश पीपल दे नाल हुंदा सीगा। सो अकॉर्डिंग टू द यूनाइटेड स्टेट सेंसस नूं जे आपां कंसीडर करते हैं तो इन्हां ने कहा 6,67,414 अमेरिकनस जिहड़े सीगे वो एज 5 के अकॉर्डिंग पॉलिश सीगे और सब तो वध पॉलिश लैंग्वेज इत्थे बोलिया जाता सीगा कंपेरिजन टू अदर लैंग्वेज। सो फ्रॉम वेयर दिस स्टोरी, दिस इज़ द ब्रीफ इंट्रोडक्शन अबाउट ऑफ द पॉलिश कम्युनिटी। सो अपनी कहानी जिहड़ी है वो इत्थों शुरू होंदी है। सो लैट्स बिगिन द स्टोरी फ्रॉम हियर। टुडे मंडे, Wanda Petronsky was not in her seat, but nobody, not even Peggy and Madeline, the girl who started all the fun, noticed her absence. Usually, Wanda sat in the seat next to the last seat in the last row in room 13. आज दा मंडे का दिन हैगा। वांडा पेट्रॉन्स्की जिहड़ी है वो अपने सीट ते नहीं बैठी है, कोई भी उन्होंने नोटिस नहीं कर रहा। ईवन पैगी और मैडलिन जिहड़े सीगे वो गर्ल्स भी उन्होंने नोटिस नहीं कर रहे। सब तो पहले पैगी और मैडलिन ने ही उहदा मजाक बनाना शुरू किया सी और उन्होंने भी ये नोटिस नहीं है कि वो नहीं आई है। वांडा पेट्रॉन्स्की ज़्यादातर सैकेंड लास्ट सीट ते रूम नंबर 13 के सैकेंड लास्ट सीट ते बैठती हुंदी सीगी। शी सैट इन द कॉर्नर ऑफ द रूम वेयर द रफ बॉयज़ who did not make good marks sat. The corner of the room where there was most scuffling of feet, most roars of laughter when anything funny was said, and most mud and dirt on the floor. अब वांडा पेट्रॉन्स्की उस कॉर्नर रूम के उस कॉर्नर वाले सीट ते क्यों बैठती सीगी? रूम नंबर 13 ते कॉर्नर वाले सीट ते बैठती सीगी जिथे रफ बॉयज़ बैठे होंदे सीगे। रफ बॉयज़ यानी कि जिन्होंने बहुत वधिया मार्क्स नहीं आंदा सीगा स्टडी ते और ज़्यादातर बहुत ज़्यादा शोर करते सीगे। किस तरह की स्कफलिंग होंदी सीगी? स्कफलिंग का मतलब हैगा स्कफलिंग ऑफ फिट, अपने शूज़ की अपने लत्तां की आवाज़ पिट पिट के कटते होंदे है, उन्होंने कहते स्कफलिंग। नॉइजी ड्रैगिंग मूवमेंट ऑफ द फिट ऑन द ग्राउंड। और ज़्यादातर रोरिंग यानी कि उच्ची उच्ची आवाज़ करके हसते होंदे सीगे। जदों भी क्लास दे विच कोई फनी दा सीन होंदा सीगा इस तरह की हरकतें करते सीगे और उन्हां दे शूज़ के उत्ते जिहड़े मड या डर्ट लगे होंदे सीगे वो सारे फ्लोर ते फैल जाते सीगे। इस करके वो कॉर्नर ते रो ते लास्ट ते इस तरह के बॉयज़ बैठे होंदे सीगे और उत्थे ही वांडा बैठती होंदी सीगी। Wanda did not sit there because she was rough and noisy. On the contrary, she was very quiet and rarely said anything at all. And nobody had ever heard her laugh out loud. Sometimes she twisted her mouth into a crooked sort of smile, but that was all. वांडा उत्ते इस करके नहीं बैठती सीगी क्योंकि वो बहुत ज़्यादा रफ सीगी या बहुत ज़्यादा नॉइज़ करती सीगी यानी कि गल्लां मारदी सीगी या शोर करती सीगी। कहते ये जस्ट अपोजिट तो बहुत चुप रहिंदी सीगी, कदे कदे ही वो कुछ बोलती सीगी। ਵੱਧ ਤੋਂ ਵੱਧ ਜਦੋਂ ਹੱਸਣ ਦੀ ਗੱਲ ਹੁੰਦੀ ਸੀਗੀ ਦੈਨ ਕਿਸੇ ਨੇ ਵੀ ਕਲਾਸ ਦੇ ਵਿੱਚ ਉਹਦੀ ਹੱਸਣ ਦੀ ਆਵਾਜ਼ ਕਦੇ ਵੀ ਨਹੀਂ ਸੁਣੀ। ਸਿਰਫ ਔਰ ਸਿਰਫ ਉਹ ਥੋੜ੍ਹਾ ਜਿਹਾ ਮੂੰਹ ਟੇਢਾ ਕਰਕੇ ਸਮਾਈਲ ਕਰ ਦਿੰਦੀ ਸੀਗੀ ਔਰ ਇੰਨਾ ਹੀ ਉਹ ਕਰਦੀ ਸੀਗੀ। ਇਸ ਤੋਂ ਬਾਅਦ ਕੁਝ ਹੋਰ ਰਿਐਕਸ਼ਨ ਉਹਦਾ ਨਹੀਂ ਹੁੰਦਾ ਸੀਗਾ ਕਲਾਸ ਦੇ ਵਿੱਚ। Nobody knew exactly why Wanda sat in that seat unless it was because she came all the way from Bogan Heights and her feet were usually caked with dry mud. But no one really thought much about Wanda Petronsky once she sat in the corner of the room. अब किसी ने एग्जैक्टली ये पता ही नहीं सीगा कि वो इस सीट पे क्यों बैठती है। हो सकता हैगा कि सिर्फ एक ही कारण हो क्योंकि वो जिहड़े एरिया तो आउंदी सीगी उस एरिया का नाम सीगा बॉगिन हाइट। सबअब एरिया होंदा हैगा, बहुत ज़्यादा पॉश एरिया नहीं होंदा हैगा। तो बॉगिन हाइट जिहड़ा एरिया सीगा उत्थों रास्ते ते आउंदे आउंदे उहदे शूज़ ते बहुत ज़्यादा चिक्कड़ मड या फिर ड्राई मड्स लग जाते सीगे, सुखे धूल मिट्टी होंदे सीगे। सो कोई भी इन्ना ज़्यादा वांडा पेट्रॉन्स्की उत्थे क्यों बैठदी है, उस कॉर्नर ते क्यों बैठ रही है, किसी ने कदे भी नहीं सोचा सीगा। The time when they thought about Wanda was outside of the school hours, at noon time when they were coming back to school or in the morning
early before school began, when groups of 2 or 3 or even more would be talking and laughing on their way to the schoolyards. ਕਹਿੰਦੇ ਜ਼ਿਆਦਾਤਰ ਟਾਈਮ ਤਾਂ ਵਾਂਡਾ ਦੇ ਬਾਰੇ ਮੈਂ ਸੋਚਦੇ ਹੀ ਨਹੀਂ ਸੀਗੇ ਜਦੋਂ ਸਕੂਲ ਦੀ ਛੁੱਟੀ ਹੋਣ ਵਾਲੀ ਹੁੰਦੀ ਸੀਗੀ ਜਾਂ ਆਫਟਰਨੂਨ ਦਾ ਯਾਨੀ ਕਿ ਬ੍ਰੇਕ ਦਾ ਟਾਈਮ ਹੁੰਦਾ ਸੀਗਾ ਜਾਂ ਫਿਰ ਜਦੋਂ ਸਕੂਲ ਤੋਂ ਘਰ ਵਾਪਸ ਜਾਣਾ ਜਾਂ ਮਾਰਨਿੰਗ ਸਕੂਲ ਲੱਗਣਾ ਹੁੰਦਾ ਸੀਗਾ ਤਾਂ ਹੀ ਬੱਚੇ ਵਾਂਡਾ ਦੇ ਬਾਰੇ में सोचते ਸੀਗੇ ਉਹ ਜ਼ਿਆਦਾਤਰ 2 ਜਾਂ 3 ਦੀ ਗਰੁੱਪ ਜਾਂ ਜ਼ਿਆਦਾ ਬੱਚੇ ਦਾ ਗਰੁੱਪ ਬਣਾ ਕਰਕੇ ਉਹਦੇ ਬਾਰੇ में ਗੱਲ ਕਰਦੇ ਸੀਗੇ ਔਰ ਸਕੂਲ ਦੇ ਯਾਰਡ 'ਤੇ ਖੜ੍ਹ ਕੇ ਉਹਦੇ 'ਤੇ ਹੱਸਦੇ ਹੁੰਦੇ ਸੀਗੇ ਉਹਦਾ ਮਜ਼ਾਕ ਬਣਾਉਂਦੇ ਸੀਗੇ ਦੈਨ ਸਮ ਟਾਈਮ ਦੇ ਵੇਟਡ ਫॉर ਵਾਂਡਾ ਟੂ ਹੈਵ ਫਨ ਵਿਦ ਹਰ ਕਿੰਨੀ ਵਾਰੀ ਤਾਂ ਬੱਚੇ ਜਿਹੜੇ ਸੀਗੇ ਉਹ ਖੜ ਕੇ ਵਾਂਡਾ ਦਾ ਵੇਟ ਕਰਦੇ ਸੀਗੇ ਤਾਂ ਕਿ ਉਹਦਾ ਮਜ਼ਾਕ ਬਣਾਇਆ ਜਾ ਸਕੇ The next day, Tuesday, Wanda was not in school either and nobody noticed her absence again. Next day, Tuesday हो गया वांडा स्कूल नहीं आई और ना ही किसी ने ਉਹਦੇ absence ਨੂੰ notice ਕੀਤਾ But on Wednesday, Peggy and Maddie, who sat at the down front with other children who got good marks and who did not track in a whole lot of mud, did notice that Wanda was not there. ਪਰ ਜਦੋਂ ਵੈਡਨਸਡੇ ਆਇਆ ਪੈਗੀ ਔਰ ਮੈਡੀ ਜਿਹੜੇ ਸਾਰੇ ਬੱਚੇ ਤੋਂ ਅੱਗੇ ਫਰੰਟ ਸੀਟ 'ਤੇ ਬੈਠੇ ਹੁੰਦੇ ਸੀਗੇ ਔਰ ਜਿਨ੍ਹਾਂ ਦੇ ਮਾਰਕਸ ਵੀ ਬਹੁਤ ਵਧੀਆ ਆਉਂਦੇ ਸੀਗੇ ਜਦੋਂ ਉਹਨਾਂ ਦੇ ਕਲਾਸ ਦੇ ਕਾਰਨਰ 'ਤੇ ਬਹੁਤ ਜ਼ਿਆਦਾ ਮਿੱਟੀ ਯਾਨੀ ਧੂਲ ਮਿੱਟੀ ਨਹੀਂ ਦਿਸੀ ਤਾਂ ਉਹਨਾਂ ਨੇ ਨੋਟਿਸ ਕੀਤਾ ਕਿ ਵਾਂਡਾ ਨਹੀਂ ਆਈ ਹੈ Peggy was the most popular girl in the school. She was pretty. She had many pretty clothes and her hair was curly. Peggy ਕਲਾਸ ਦੀ ਸਭ ਤੋਂ ਵੱਧ ਪੋਪੂਲਰ ਗਰਲ ਸੀਗੀ ਐਂਡ ਉਹ ਬਹੁਤ ਹੀ ਜ਼ਿਆਦਾ ਸੋਹਣੀ ਵੀ ਸੀਗੀ ਐਂਡ ਉਹਦੇ ਕੋਲ ਬਹੁਤ ਸਾਰੇ ਪ੍ਰੀਟੀ ਡਰੈਸਿਸ ਸੀਗੇ ਪ੍ਰੀਟੀ ਕਲੋਥ ਸੀਗੇ ਔਰ ਉਹਦੇ ਬਾਲ ਕਿਸ ਤਰ੍ਹਾਂ ਦੇ ਸੀਗੇ ਕਰਲੀ Maddie was her closest friend, and the reason Peggy and Maddie noticed Wanda's absence was because Wanda had made them late to school. और Maddie Peggy ਦੀ ਸਭ ਤੋਂ ਬੈਸਟ ਫਰੈਂਡ ਸੀਗੀ ਔਰ ਕੀ ਰੀਜ਼ਨ ਸੀਗਾ ਕਿ ਉਹਨਾਂ ਨੇ ਕਿਉਂ ਨੋਟਿਸ ਕੀਤਾ ਕਿ ਵਾਂਡਾ ਅੱਜ ਸਕੂਲ ਨਹੀਂ ਆਈ ਹੈ ਕਿਉਂਕਿ ਵਾਂਡਾ ਕਰਕੇ ਉਹ ਦੋਨੋਂ ਕਲਾਸ ਦੇ ਵਿੱਚ ਆਉਣ 'ਤੇ ਲੇਟ ਹੋ ਗਈ ਸੀਗੀਆਂ They had waited for Wanda to have some fun with her and she just had not come. They often waited for Wanda Petronsky to have fun with her. ਉਹਨਾਂ ਨੇ ਦੋਨਾਂ ਨੇ ਕਾਫੀ ਦੇਰ ਤੱਕ ਵਾਂਡਾ ਦਾ ਵੇਟ ਕੀਤਾ ਸੀਗਾ ਤਾਂ ਕਿ ਉਹਦਾ ਉਹ ਮਜ਼ਾਕ ਉਡਾ ਸਕੇ ਜ਼ਿਆਦਾਤਰ ਉਹਦਾ ਵੇਟ ਕਰਦੀ ਸੀਗੀਆਂ ਵਾਂਡਾ ਪੈਟਰੋਂਸਕੀ ਦਾ ਤਾਂ ਕਿ ਉਹਦਾ ਮਜ਼ਾਕ ਉਡਾਇਆ ਜਾ ਸਕੇ ਪਰ ਉਹ ਆਈ ਨਹੀਂ ਸੀਗੀ ਇਸ ਕਰਕੇ ਇਹ ਦੋਨੋਂ ਲੇਟ ਹੋ ਗਈਆਂ ਸੀਗੀਆਂ ਕਲਾਸ 'ਤੇ ਪਹੁੰਚਣ 'ਤੇ Wanda Petronsky, most of the children in room 13 did not have names like that. They had names easy to say like Thomas, Smith or Ellen. There was one boy named Bounce, Willie Bounce, and people thought that was funny, but not funny in the same way the Petronsky was. Wanda Petronsky, ज़्यादातर ਜਿਹੜੇ रूम नंबर 13 ਦੇ ਬੱਚੇ ਸੀਗੇ ਉਹਨਾਂ ਦੇ ਲਈ ਨਾਮ ਕਾਫੀ ਡਿਫਰੈਂਟ ਸੀਗਾ ਕਿਉਂਕਿ ਉਹਨਾਂ ਦੇ ਨਾਮ ਬਹੁਤ ਛੋਟੇ ਛੋਟੇ ਈਜ਼ੀ ਹੁੰਦੇ ਸੀਗੇ ਜਿਨ੍ਹਾਂ ਨੂੰ ਬੋਲਣਾ ਆਸਾਨ ਹੋ ਲਾਈਕ ਥੋਮਸ ਸਮੀਥ ਐਲਨ ਉਹਨਾਂ ਦੇ ਕਲਾਸ ਦੇ ਇੱਕ ਹੀ ਬੱਚਾ ਸੀਗਾ ਉਹਦਾ ਨਾਮ ਸੀਗਾ ਬਾਉਂਸ ਵਿਲੀ ਬਾਉਂਸ ਔਰ ਉਹੀ ਨਾਮ ਇਹਨਾਂ ਨੂੰ ਬਹੁਤ ਜ਼ਿਆਦਾ ਫਨੀ ਯਾਨੀ ਕਿ ਔਕਵਰਡ ਲੱਗਦਾ ਸੀਗਾ ਫਿਰ ਵਾਂਡਾ ਪੈਟਰੋਂਸਕੀ ਯਾਨੀ ਕਿ ਪੈਟਰੋਂਸਕੀ ਨਾਮ ਤਾਂ ਇਹਨਾਂ ਦੇ ਲਈ ਹੋਰ ਜ਼ਿਆਦਾ ਫਨੀ ਸੀਗਾ ਵਾਂਡਾ ਡਿਡ ਨਾਟ ਹੈਵ ਐਨੀ ਫਰੈਂਡ She came to school alone and went home alone. She always wore a faded blue dress that did not hang right. It was clean, but it looked as though it had never been ironed properly. ਵਾਂਡਾ ਦੇ ਕੋਈ ਫਰੈਂਡ ਨਹੀਂ ਸੀਗੀ ਇਕੱਲੇ ਹੀ ਸਕੂਲ ਆਉਂਦੀ ਸੀਗੀ ਅਤੇ ਇਕੱਲੇ ਵਾਪਸ ਜਾਂਦੀ ਸੀ ਜ਼ਿਆਦਾਤਰ ਉਹ ਬਲੂ ਕਲਰ ਦਾ ਫੇਡਡ ਯਾਨੀ ਲਾਈਟ ਬਲੂ ਕਲਰ ਦਾ ਡਰੈਸ ਪਾਉਂਦੀ ਸੀਗੀ ਜਿਹੜੀ ਉਹ ਡਰੈਸ ਦੀ ਫਿਟਿੰਗ ਵੀ ਉਹਨੂੰ ਪ੍ਰੋਪਰ ਨਹੀਂ ਲੱਗਦੀ ਸੀਗੀ ਹੈਂਗ ਰਾਈਟ ਯਾਨੀ ਕਿ ਉਹ ਪ੍ਰੋਪਰਲੀ ਫਿਟ ਨਹੀਂ ਸੀਗੀ ਲੂਜ਼ ਜਿਹਾ ਸੀਗਾ ਕਲੀਨ ਤਾਂ ਹੁੰਦਾ ਸੀਗਾ ਉਹਦਾ ਡਰੈਸ ਪਰ ਦੇਖ ਕਰ ਐਂ ਲੱਗਦਾ ਸੀਗਾ ਜਿਵੇਂ ਪ੍ਰੋਪਰ ਉਹਨੂੰ ਆਇਰਨ ਨਾ ਕੀਤਾ ਗਿਆ ਹੋ ਪ੍ਰੈਸ ਨਾ ਕੀਤਾ ਗਿਆ ਹੋ She did not have any friends, but a lot of girls talked to her. Sometimes they surrounded her in the schoolyard as she stood watching the little girls playing hopscotch on the worn hard ground. ਵਾਂਡਾ ਦੀ ਕੋਈ ਫਰੈਂਡ ਨਹੀਂ ਸੀਗੀ ਪਰ ਜ਼ਿਆਦਾਤਰ ਬੱਚੇ ਉਹਨੂੰ ਘੇਰ ਕੇ ਖੜੇ ਹੁੰਦੇ ਸੀਗੇ ਕਿਸ ਟਾਈਮ ਜਦੋਂ ਰਿਸੈਸ ਹੁੰਦਾ ਸੀਗਾ ਛੋਟੇ ਛੋਟੇ ਕੁੜੀਆਂ ਨੂੰ ਦੇਖਣ ਦੇ ਲਈ ਕਿ ਉਹ ਹੌਪਸਕੌਚ ਦਾ ਗੇਮ ਖੇਲ ਰਹੀਆਂ ਸਟੈਪੂ ਕਹਿ ਸਕਦੇ ਹਾਂ ਆਪਾਂ ਜਿਹੜਾ ਆਪਾਂ ਫਰਸ਼ 'ਤੇ ਸਕੇਅਰ ਬਣਾ ਕਰਕੇ ਉੱਥੇ ਜੰਪ ਲਗਾ ਕੇ ਖੇਡਦੇ ਹੈਗੇ ਆ ਤਾਂ ਉਸ ਤਰ੍ਹਾਂ ਦਾ ਗੇਮ ਖੇਡਦੀਆਂ ਹੁੰਦੀਆਂ ਸੀਗੀਆਂ ਛੋਟੇ ਬੱਚੇ ਤਾਂ ਜਦੋਂ ਵਾਂਡਾ ਉਹਨਾਂ ਨੂੰ ਦੇਖਦੀ ਹੁੰਦੀ ਸੀਗੀ ਦੈਨ ਉਸ ਟਾਈਮ ਸਕੂਲ ਦੇ ਸਾਰੇ ਬੱਚੇ ਉਹਦੇ ਨੇੜੇ ਤੇੜੇ ਖੜ ਜਾਂਦੇ ਸੀਗੇ ਔਰ ਉਹਨੂੰ ਦੇਖ ਕਰਕੇ ਉਹਦਾ ਮਜ਼ਾਕ ਬਣਾਉਂਦੇ ਸੀਗੇ Wanda, Peggy would say in most courteous manner as though she were talking to Miss Mason. Wanda, she had said, giving one of her friends a nudge.
tell us how many dresses did you say you had hanging up in your closet? अब पैगी ਜਿਹੜੀ ਹੈ ਬਹੁਤ ਹੀ ਵਧੀਆ ਮੈਨਰਸ ਦੇ ਨਾਲ ਜਿਵੇਂ ਉਹ ਆਪਣੇ ਮਿਸ ਮੈਸਨ यानी कि टीचर ਦੇ ਨਾਲ ਗੱਲ ਕਰਦੀ ਸੀਗੀ ਵਾਂਡਾ ਤੋਂ ਪੁੱਛਦੀ ਹੈ कि ਆਪਣੇ ਇੱਕ ਫਰੈਂਡ ਨੂੰ ਨਸਟ ਕਰਨਾ यानी कि ਜੈਂਟਲ ਪੁਸ਼ ਕਰਨਾ ਜਾਣ ਕੇ ਉਹਨੂੰ ਪੁਸ਼ ਕਰਕੇ कि देखो ਹੁਣ ਰਿਐਕਸ਼ਨ ਇਹਦਾ ਕੀ ਆਉਂਦਾ ਹੈਗਾ ਆਪਣੇ ਫਰੈਂਡ ਨੂੰ ਪੁਸ਼ ਕਰਕੇ ਫਿਰ ਪੁੱਛਦੀ ਸੀਗੀ ਵਾਂਡਾ ਮੈਨੂੰ ਦੱਸੋ ਕਿ ਤੇਰੇ ਕੋਲ ਕਿੰਨੀ ਡਰੈਸਿਸ ਹੈਗੀਆਂ ਜਿਹੜੀ ਤੇਰੀ ਕਲੋਜ਼ਟ 'ਤੇ हैंगिंग अप हैगियां यानी कि क्लोजेट ते पई हुई है। 100 वांडा वुड से 100 वांडा की कहती सीगी कि 100 ड्रेसिस हैगे आ। 100 exclaimed all the little girls incredulously and the little ones would stop playing hopscotch and listen। incredulously ਦਾ मतलब ਹੁੰਦਾ ਹੈਗਾ showing अनविलिंगनेस टू बिलीव यानी कि कोई ਇਹੋ ਜਿਹੀ ਗੱਲ ਹੋ ਜਿੱਥੇ ਆਪਾਂ ਯਕੀਨ ਨਾ ਕਰ ਸਕੀਏ। अब 100 ड्रेसिस ਦੇ ਬਾਰੇ में ਜਦੋਂ ਸੁਣਦੇ ਸੀਗੇ ਛੋਟੀ ਛੋਟੀ गर्ल्स दैन ਉਹਨਾਂ ਨੂੰ ਯਕੀਨ ਨਹੀਂ ਹੁੰਦਾ ਸੀਗਾ और ਉਹ ਆਪਣਾ हॉप स्कॉच ਦਾ गेम बंद करके सुनना शुरू कर ਦਿੰਦੀਆਂ ਸੀਗੀਆਂ। या 100 all lined up said वांडा then her thin lips drew together in silence। अब वांडा की कहती ਸੀਗੀ हाँ 100 ड्रेसिस हैगे और सारे लाइन तो लगे हुए हैं। उस तो बाद ਉਹਦੇ पतले पतले लिप्स ਜਿਹੜੇ ਹੈਗੇ ਆ ਉਹ ਚੁੱਪ ਹੋ ਜਾਂਦੇ ਸੀਗੇ कुछ नहीं बोलते ਸੀਗੇ। What are they like? All silk? I bet said Peggy। Yeah, all silk, all color, velvet too। फिर पैगी की कहती ਸੀਗੀ मैं शर्त लगा सकती हाँ कि ਉਹ किस तरह ਦੇ ਹੋਣਗੇ ਸਾਰੇ सिल्क ਦੇ ਹੋਣਗੇ है ना। ਤੇ ਵਾਂਡਾ ਕਹਿੰਦੀ ਸੀਗੀ ਹਾਂ ਸਾਰੇ ਸਿਲਕ ਦੇ ਹੈਗੇ ਆ ਸਾਰੇ ਕਲਰ ਦੇ ਹੈਗੇ ਆ ਈਵਨ ਵੈਲਵਟ ਦੇ ਵੀ ਹੈਗੇ ਆ। या velvet too 100 dresses Wanda would repeat stolidly and lined up in the closet। वांडा कहती सी कि हाँ वेलवेट दे भी ड्रेस हैगे आ और वांडा फिर स्टॉलिडली रिपीट कर दी है यानी कि बिना कोई फीलिंग शो किते दोबारा उस गल नूं रिपीट करती हुई कहती है हाँ 100 ड्रेसिस हैगे और मेरे क्लोजेट यानी कि कबड़ ते सारे लाइन ते लगे हुए हैं। Then they had let her go and then before she had gone very far they could not help bursting into shrieks and peals of laughter। और उस तो बाद वो उन्होंने जान देंदियां सीगियां और इस तो पहले कि वो अपने घर दे लिए थोड़ा जा आगे निकल जाए सारे ही बहुत ऊंची ऊंची आवाज़ करके यानी कि बस्ट करके हंसना शुरू कर देंदियां सीगियां। बर्स्टिंग इनटू श्रिक्स एंड पील्स ऑफ लाफ्टर का मतलब होता है कि अचानक ही हंसना शुरू कर देना वो भी उच्ची आवाज़ से। 100 dresses obviously the only dress Wanda had was the blue one she wore every day। so why did she say she had 100 what a story। कहते फिर उस तो बाद मजाक करके कहते सी 100 ड्रेसिस तो सीधी जी गल है कि एक ही ड्रेस पा के आती है वो भी ब्लू कलर का फिर पता नहीं कि क्यों कहती है कि ये 100 ड्रेसिस है पता नहीं की स्टोरी है। हाउ मैनी शूज़ डिड यू से हैड 60 pairs all line up in my closet। cries of exaggerate politeness greeted this all alike। फिर उस तो बाद ਉਹਦਾ मजाक बनाते हुए पूछती सी किन्ने शूज़ है शूज़ के पेयर है तेरे को। फिर वांडा कहती सी 60 पेयर्स है और सारे मेरे क्लोजेट ते लाइन अप करके पे हुए हैं। और उस तो बाद सारे ही पोलाइटनेस दी यानी कि एग्जैजरेट की हुई गल्लां नूं सुन करके हंसना और ਉਹਦਾ मजाक बनाना शुरू कर देंदियां सीगियां। और नो एवरी पेयर इज़ डिफरेंट ऑल कलर्स और लाइंड अप। फिर उस तो बाद कहती हाँ हाँ फिर सारे डिफरेंट होंगे है ना और सारे कलर दे होंगे तेरे कबड़ ते लाइन अप करके पे हुए हैं। पैगी हु हैड थॉट अप दिस गेम एंड मैडी हर इनसेपरेबल फ्रेंड वर ऑलवेज द लास्ट टू लीव। Finally, Wanda would move up the street, her eyes dull and her mouth closed, hitching her left shoulder every now and listen in the funny way she had, finishing the walk to school alone। Peggy ਜਿਹੜੀ ਕੁੜੀ ਨੇ ਇਸ ਗੇਮ ਨੂੰ ਸ਼ੁਰੂ ਕੀਤਾ ਸੀਗਾ ਐਂਡ ਮੈਡੀ ਉਹਦੀ ਸਭ ਤੋਂ ਕਲੋਜ਼ੈਸਟ ਫਰੈਂਡ ਇਨਸੈਪਰੇਬਲ ਯਾਨੀ ਕਿ ਸਭ ਤੋਂ ਬੈਸਟ ਫਰੈਂਡ ਲਾਸਟ 'ਤੇ ਸਕੂਲ ਤੋਂ ਜਾਂਦੇ ਸੀਗੇ। ਫਾਈਨਲੀ ਵਾਂਡਾ ਜਿਹੜੀ ਹੈ ਉਹ ਆਪਣੇ ਗਲੀ ਤੋਂ ਯਾਨੀ ਕਿ ਆਪਣੇ ਸਟਰੀਟ ਤੋਂ ਮੂਵ ਕਰ ਜਾਂਦੀ ਸੀਗੀ। ਉਹਦੇ ਆਈਜ਼ ਕਾਫੀ ਜ਼ਿਆਦਾ ਡਲ ਹੁੰਦੇ ਸੀਗੇ ਸੈਡ ਹੋਣਾ ਔਰ ਉਹਦੇ ਮੂੰਹ ਬੰਦ ਰਹਿੰਦੇ ਸੀਗੇ। ਉਹ ਆਪਣੇ ਇੱਕ ਮੋਢੇ ਨੂੰ ਯਾਨੀ ਕਿ ਲੈਫਟ ਸ਼ੋਲਡਰ ਨੂੰ ਉੱਪਰ ਕਰਦੀ ਹੋਈ ਹਿਚਿੰਗ यानी कि उठाना अपना एक मोढे ਨੂੰ मारती हुई हिचिंग करती हुई अगे बढ़ जाती सी फनी वे ते और स्कूल तो अगे वाली स्ट्रीट ते एंटर हो जाती सी। पैगी वॉज नॉट रियली क्रूल शी प्रोटेक्टेड स्मॉल चिल्ड्रन फ्रॉम
bullies, and she cried for hours if she saw an animal mistreated. If anybody had said to her, "Don't you think that is a cruel way to treat Wanda?" ਪੈਗੀ ਐਕਚੁਅਲ ਦੇ ਵਿੱਚ ਬਹੁਤ ਜ਼ਿਆਦਾ ਕਰੂਲ ਨਹੀਂ ਸੀਗੀ। ਜ਼ਿਆਦਾਤਰ ਉਹ ਛੋਟੇ ਬੱਚੇ ਦਾ ਜਦੋਂ ਕੋਈ ਬੁਲੀਜ਼ ਕਰਦਾ ਸੀਗਾ, ਯਾਨੀ ਕਿ ਉਹਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦਾ ਸੀਗਾ, ਡਰਾਉਣ ਦੀ ਕੋਸ਼ਿਸ਼ ਕਰਦਾ ਸੀਗਾ, ਅਤੇ ਉਹ ਘੰਟੋਂ ਰੋਂਦੀ ਰਹਿੰਦੀ ਸੀਗੀ। ਜਦੋਂ ਕੋਈ ਐਨੀਮਲਸ ਦੇ ਨਾਲ ਮਿਸਟਰੀਟ ਕਰਦਾ ਸੀਗਾ ਤਾਂ ਵੀ ਉਹ ਬਹੁਤ ਦੁਖੀ ਹੁੰਦੀ ਸੀਗੀ। ਫਿਰ ਕਹਿੰਦੇ ਆ ਕਿ ਕੀ ਉਹਨੂੰ ਕੋਈ ਇਹ ਦੱਸਦਾ ਨਹੀਂ ਕਿ ਵਾਂਡਾ ਦੇ ਨਾਲ ਜਿਹੜਾ ਉਹ ਬਿਹੇਵ ਕਰ ਰਹੀ ਹੈ ਉਹ ਵੀ ਇੱਕ ਤਰ੍ਹਾਂ ਦਾ ਕਰੂਲ ਬਿਹੇਵ ਹੈ। ਸ਼ੀ ਵੁੱਡ ਹੈਵ ਬੀਨ ਵੈਰੀ ਸਰਪ੍ਰਾਈਜ਼ਡ। ਜੇ ਕੋਈ ਉਹਨੂੰ ਇਸ ਤਰ੍ਹਾਂ ਦੱਸਦਾ ਦੈਨ ਹੋ ਸਕਦਾ ਸੀਗਾ ਕਿ ਉਹ ਬਹੁਤ ਜ਼ਿਆਦਾ ਸਰਪ੍ਰਾਈਜ਼ਡ ਹੁੰਦੀ ਔਰ ਕਹਿੰਦੀ ਅੱਛਾ ਕਰੂਲ ਕਿਵੇਂ ਹੋ ਗਿਆ। ਵਾਈ ਡਿਡ ਦ ਗਰਲ ਸੇ ਸ਼ੀ ਹੈਡ 100 ਡਰੈਸਿਸ, ਐਨੀਬਡੀ ਕੁਡ ਟੈਲ ਦੈਟ ਸ਼ੀ ਵਾਜ਼ ਅ ਲਾਈ ਐਂਡ ਵਾਈ ਡਿਡ ਸ਼ੀ ਵਾਂਟ ਟੂ ਲਾਈ। ਫਿਰ ਉਹ ਕਹਿੰਦੀ ਕਿ ਉਹ ਗੱਲ ਫਿਰ ਮੇਰੇ ਤੋਂ ਝੂਠ ਕਿਉਂ ਬੋਲਦੀ ਹੈਗੀ ਕਿ ਉਹਦੇ ਕੋਲ 100 ਡਰੈਸਿਸ ਹੈਗੇ ਆ। ਕੋਈ ਝੂਠ ਉਹ ਕਿਉਂ ਬੋਲ ਰਹੀ ਹੈ ਔਰ ਕੋਈ ਕਹੇ ਕਿ ਝੂਠ ਨਹੀਂ ਬੋਲਣਾ ਚਾਹੀਦਾ। ਸੋ ਵਾਈ ਸ਼ੀ ਇਜ਼ ਟੈਲਿੰਗ ਅ ਲਾਈ ਟੂ ਮੀ। ਫਿਰ ਉਸ ਤੋਂ ਬਾਅਦ ਕਹਿ ਰਹੀ ਹੈ ਕਿ ਉਹਨੂੰ ਝੂਠ ਬੋਲਣ ਦੀ ਲੋੜ ਹੀ ਕਿਉਂ ਹੈ। And she was not just an ordinary person else. Why did she have a name like anyway they never made her cry? और फिर वो कोई नॉर्मल पर्सन तो है नहीं, ऑर्डिनरी पर्सन तो है नहीं, ਉਹਦਾ ਨਾਮ ਵੀ ਕਾਫੀ ਜ਼ਿਆਦਾ ਹੈ, ਪਰ ਫਿਰ ਵੀ ਕਹਿੰਦੀ ਹੈ ਕਿ ਅਸੀਂ ਉਹਨੂੰ ਰੁਲਾਉਂਦੇ ਤਾਂ ਹੈ ਨਹੀਂ, ਰੋਂਦੀ ਤਾਂ ਹੈ ਨਹੀਂ ਉਹ, ਤਾਂ ਅਸੀਂ ਰੁਲਾਉਂਦੇ ਨਹੀਂ, ਇਟ ਮੀਨਸ ਕਿ ਨॉट अ बैड थिंग। As for Maddie, this business of asking Wanda every day how many dresses, how many hats, अब ਮੈਡੀ ਦੇ ਲਈ ਡੇਲੀ ਹੀ ਵਾਂਡਾ ਦਾ ਇਹ ਪੁੱਛਣਾ ਕਿ ਕਿੰਨੇ ਡਰੈਸਿਸ ਹੈਗੇ ਆ, ਕਿੰਨੇ ਹੈਟਸ ਹੈਗੇ ਆ, ਐਂਡ how many this and that she had was bothering her. Maddie was poor herself. She usually wore somebody's hand-me-down clothes. Thank goodness she did not live up on Boggin Heights or have a funny name. अब ਉਹਨੂੰ ਉਹਦੀ ਫਰੈਂਡ ਜਿਹੜੀ ਮੈਡੀ ਸੀਗੀ ਉਹਨੂੰ ਇਹ ਸਾਰੀ ਚੀਜ਼ਾਂ ਬਹੁਤ ਜ਼ਿਆਦਾ ਬੋਦਰ ਕਰਨ ਲੱਗੀ ਸੀਗੀ, ਯਾਨੀ ਕਿ ਬਹੁਤ ਜ਼ਿਆਦਾ ਦਿਮਾਗ ਦੇ ਵਿੱਚ ਇਹ ਗੱਲ ਉਹਨੂੰ ਤਕਲੀਫ ਦੇ ਰਹੀ ਸੀਗੀ ਕਿਉਂਕਿ ਮੈਡੀ ਵੀ ਇੱਕ ਪੂਅਰ ਫੈਮਿਲੀ ਨੂੰ ਬਿਲੋਂਗ ਕਰਦੀ ਸੀਗੀ। ਯੂਜੂਅਲੀ ਜ਼ਿਆਦਾਤਰ ਉਹ ਕਿਸੇ ਹੋਰ ਦੇ ਹੈਂਡ ਮੀ ਡਾਊਨ ਓਲਡ ਕਲੋਥਸ ਜਾਂ ਕਿਸੇ ਦੇ ਪੁਰਾਣੇ ਕੱਪੜੇ ਜਿਹੜੇ ਹੋ ਜਾਂਦੇ ਉਹ ਕਿਸੇ ਹੋਰ ਨੂੰ ਦੇ ਦਿੰਦਾ ਹੈਗਾ, ਉਸ ਤਰ੍ਹਾਂ ਦੇ ਕੱਪੜੇ ਪਾਉਂਦੀ ਸੀਗੀ। ਫਿਰ ਉਹ ਕਹਿੰਦੀ ਹੈ ਕਿ ਥੈਂਕ ਗੁੱਡਨੈਸ ਮੈਂ ਬੋਗਿਨ ਹਾਈਟ ਦੇ ਵਿੱਚ ਨਹੀਂ ਰਹਿੰਦੀ ਹੈ, ਨਾ ਹੀ ਮੇਰਾ ਕੋਈ ਫਨੀ ਨੇਮ ਹੈ, ਨਹੀਂ ਤਾਂ ਫਿਰ ਸੋਚਦੀ ਸੀਗੀ ਕੀ ਪਤਾ ਮੇਰਾ ਕਿੰਨਾ ਮਜ਼ਾਕ ਬਣਦਾ। ਸੋ ਦਿਸ ਇਜ਼ ਦ ਹਾਫ ਸਟੋਰੀ of the chapter 100 dresses part 1. Rest of the half story I will explain in my next lecture and will post the question answers so that you all can complete your registers. Thanks.